Good morning, students. Under industrial microbiology, today we will learn about the production of industrial alcohol. Alcohol is also known as ethyl alcohol. So, large scale te alcohol production ਜਾਂ ਇੰਡਸਟਰੀਅਲ ਸਕੇਲ ਤੇ ਅਲਕੋਹਲ ਦੀ ਪ੍ਰੋਡਕਸ਼ਨ ਕਿਵੇਂ ਕਰਨੀ ਹੈ। So alcohol, first of all, it's a very useful solvent. It is used in laboratories, in chemical industries, and nowadays in the hand sanitizers. So much of this alcohol is obtained synthetically from ethylene. ਕੈਮੀਕਲ ਅਲਕੋਹਲ ਜਿਹੜੀ ਹੈਗੀ ਆ ਕੈਮੀਕਲੀ ਜਾਂ ਕੈਮੀਕਲ ਇੰਡਸਟਰੀ 'ਚ ਅਸੀਂ ਇਥਾਈਲਿਨ ਤੋਂ ਬਣਾਉਂਦੇ ਹੈਗੇ ਆ, ਬਟ ਮਾਈਕਰੋਬੀਅਲ ਫਰਮੈਂਟੇਸ਼ਨ ਜਿਹੜਾ ਹੈਗਾ ਉਹਦੇ ਨਾਲ ਵੀ ਅਸੀਂ ਅਲਕੋਹਲ ਜਿਹੜੀ ਹੈਗੀ ਆ ਉਹਨੂੰ ਪ੍ਰੋਡਿਊਸ ਕਰ ਸਕਦੇ ਹੈ ਫਰੋਮ ਅ ਸ਼ੂਗਰੀ ਸਿਰਪ। ਰॉ ਮਟੀਰੀਅਲ ਕੀ ਹੋਏਗਾ, ਕੋਈ ਰॉ ਮਟੀਰੀਅਲ ਜਿਹ 'ਚ ਸ਼ੂਗਰ ਹੋਏਗੀ ਉਹਦੇ ਤੋਂ ਅਸੀਂ ਉਹਨੂੰ ਮਾਈਕਰੋਬੀਅਲੀ ਮਾਈਕਰੋਬਸ ਦੀ ਹੈਲਪ ਨਾਲ ਫਰਮੈਂਟ ਕਰਕੇ ਉਹਦੇ 'ਚੋਂ ਅਲਕੋਹਲ ਬਣਾ ਸਕਦੇ ਹਾਂ। ਲੇਕਿਨ ਜੋ ਮਾਈਕਰੋ ਆਰਗੈਨਿਜ਼ਮ ਅਸੀਂ ਯੂਜ਼ ਕਰਨਾ ਹੈਗਾ ਜਿਹਦੀ ਹੈਲਪ ਨਾਲ ਅਸੀਂ ਅਲਕੋਹਲ ਬਣਾਉਣੀ ਹੈਗੀ ਆ, ਉਹ ਮਾਈਕਰੋ ਆਰਗੈਨਿਜ਼ਮ ਅਲਕੋਹਲ ਲਈ ਰੈਜ਼ਿਸਟੈਂਟ ਹੋਣਾ ਚਾਹੀਦਾ। ਮਤਲਬ ਉਹ ਆਰਗੈਨਿਜ਼ਮ ਜਿਹੜਾ ਹੈਗਾ ਉਹਨੂੰ ਅਲਕੋਹਲ 'ਚ ਪਾਓ ਅਤੇ ਉਹ ਮਰਨਾ ਨਹੀਂ ਚਾਹੀਦਾ। ਬਟ you know it is a alcohol as a hand sanitizer. Why we use as a hand sanitizer? Because it kill the microorganism. But this microorganism which help in the production of alcohol, that should be resistant to the alcohol. So it should grow vigorously. ਇਹਦਾ growth ਅੱਛਾ ਹੋਣਾ ਚਾਹੀਦਾ ਹੈਗਾ ਤੇ ਲਾਰਜ ਕੁਆਂਟਿਟੀ ਆਫ ਅਲਕੋਹਲ ਬਣਾਉਣਾ ਚਾਹੀਦਾ। ਇਹਦੇ ਵਾਸਤੇ ਕਿਹੜਾ ਇਹ ਸਾਰੀਆਂ ਸ਼ਰਤਾਂ ਕਿਹੜਾ ਮਾਈਕਰੋ ਆਰਗੈਨਿਜ਼ਮ ਪੂਰੀਆਂ ਕਰਦਾ ਹੈ? Saccharomyces cerevisiae, that is yeast. ਸੋ yeast ਨੂੰ ਅਸੀਂ ਯੂਜ਼ ਕਰਦੇ ਹੈਗੇ ਆ ਅਲਕੋਹਲ ਪ੍ਰੋਡਕਸ਼ਨ ਲਈ। ਅਤੇ ਸ਼ੂਗਰੀ ਸਿਰਪ ਜਿਹੜੀ ਹੈਗੀ ਆ ਜਾਂ ਜਿਹੜਾ ਰॉ ਮਟੀਰੀਅਲ ਹੈਗਾ ਉਹ ਕਿਹੜਾ ਅਸੀਂ ਯੂਜ਼ ਕਰਨਾ ਹੈਗਾ? ਮੋਲੈਸਿਸ ਕਿੱਥੋਂ ਆਉਂਦਾ ਹੈਗਾ? ਕੇਨ ਸ਼ੂਗਰ ਤੋਂ, ਔਰ ਵੇਸਟ ਸਲਫਾਈਡ ਲਿਕਰ ਫਰੋਮ ਪੇਪਰ ਇੰਡਸਟਰੀ। ਮੋਲੈਸਿਸ ਤੋਂ ਮੋਸਟਲੀ ਜਿਹੜੀ ਸ਼ੂਗਰ ਬਣਦੀ ਹੈਗੀ ਆ। ਸੋ ਸਟਾਰਚ ਯੀਲਡਿੰਗ ਗ੍ਰਾਮਸ ਜਿਹਨੂੰ ਅਸੀਂ ਕਹਿੰਦੇ ਕੌਰਨ, ਪੋਟੈਟੋ, ਗ੍ਰੇਪਸ ਮੇ ਆਲਸੋ ਵੀ ਯੂਜ਼ਡ ਐਜ਼ ਅ ਸਬਸਟ੍ਰੇਟ। ਸੋ ਕਈ ਕੰਟਰੀਜ਼ ਦੇ ਵਿੱਚ ਸ਼ੂਗਰ ਬੀਟ ਤੋਂ ਵੀ ਅਲਕੋਹਲ ਬਣਦੀ ਹੈ। ਸੋ ਰॉ ਮਟੀਰੀਅਲ ਕਿਹੜੇ ਹੋ ਗਏ? ਮੇਨ ਜਿਹੜਾ ਹੈਗਾ ਉਹ ਮੋਲੈਸਿਸ ਹੈ। ਮੋਲੈਸਿਸ ਨੰਬਰ 2 ਵੇਸਟ ਸਲਫਾਈਡ ਲਿਕਰ ਫਰੋਮ paper industry, number 3 corn, number 4 potato, and number 5 grapes that can be used for the production of alcohol, and in some countries there is sugar beet also. So sugar ਕੀ ਹੈ? ਗਲੂਕੋਜ਼ ਜਦੋਂ ਹੈ ਉਹਦੇ ਤੇ ਗਲੂਕੋਜ਼ ਮੀਨਸ ਕਾਰਬੋਹਾਈਡਰੇਟਸ ਜਿਹੜੇ ਹੈਗੇ ਉਹ ਕਾਹਦੇ ਵਿੱਚ ਕਨਵਰਟ ਹੋ ਰਹੇ ਆ? ਅਲਕੋਹਲ। ਯੂ ਕੈਨ ਸੀ ਵਟ ਇਜ਼ ਦਾ ਫਾਰਮੂਲਾ ਆਫ ਗਲੂਕੋਜ਼? C6H12O6। ਮੋਲੈਸਿਸ ਦੇ ਵਿੱਚ ਜਿਹੜਾ ਹੋਏਗਾ ਕਾਰਬੋਹਾਈਡਰੇਟ ਹੋਏਗਾ ਫਰਮੈਂਟੇਬਲ C6H12O6। ਜਦੋਂ ਯੀਸਟ ਇਸ ਗਲੂਕੋਜ਼ ਨੂੰ ਖਾਂਦਾ ਹੈਗਾ ਜਾਂ ਇਸ 'ਤੇ ਐਕਟ ਕਰਦਾ ਹੈਗਾ ਅਤੇ ਪ੍ਰੋਡਕਟ ਕੀ ਬਣਾਉਂਦਾ ਹੈਗਾ? C2H5OH। C2H5OH क्या? इथाइल अल्कोहल प्लस कार्बन डाइऑक्साइड। So you can balance the equation by adding 2 in carbon dioxide and in ethyl alcohol. So glucose molasses to आए। So commercial production using molasses as raw material molasses ਕਿੱਥੋਂ ਆਉਂਦਾ ਹੈਗਾ? ਸ਼ੂਗਰ ਕੇਨ ਤੋਂ। molasses ਜਿਹੜਾ ਹੈਗਾ ਉਹ 'ਚ 50% ਫਰਮੈਂਟੇਬਲ ਕਾਰਬੋਹਾਈਡਰੇਟਸ ਹੁੰਦੇ ਹੈਗੇ ਜਿਨ੍ਹਾਂ ਨੂੰ ਅਸੀਂ ਸ਼ੂਗਰ ਕਹਿੰਦੇ ਹੈਗੇ ਆ। ਸੋ ਅਸੀਂ ਕੀ ਕਰਾਂਗੇ? ਇੱਕ ਬਿਗ ਡੀਪ ਟੈਂਕ ਸਟੀਲ ਜਾਂ ਸਟੇਨਲੈਸ ਸਟੀਲ ਦੇ ਵਿੱਚ ਕੰਟੇਨਰ ਦੇ ਵਿੱਚ ਜਾਂ ਕਹਿ ਦਿਓ ਫਰਮੈਂਟਰ ਦੇ ਵਿੱਚ ਅਸੀਂ ਕੀ ਹੈਗਾ ਇੰਡਸਟਰੀਅਲ ਪ੍ਰੋਡਕਸ਼ਨ ਮੈਥਡ ਦੇ ਵਿੱਚ ਅਸੀਂ ਸਟੇਨਲੈਸ ਸਟੀਲ ਯੂਜ਼ ਕਰਨਾ ਹੈਗਾ।
ਐਂਡ ਮੋਲੈਸਿਸ ਜਿਹੜਾ ਹੈਗਾ ਉਹਨੂੰ ਅਸੀਂ ਡਿਲਿਊਟ ਕਰਨਾ ਹੈਗਾ ਆ ਟੂ ਅ ਸੂਟੇਬਲ ਸ਼ੂਗਰ ਕਨਸਨਟ੍ਰੇਸ਼ਨ। ਮਤਲਬ ਮੋਲੈਸਿਸ ਜਿਹੜਾ ਹੈਗਾ ਜਿਹਦੀ ਅਸੀਂ ਉਹਦੀ ਸ਼ੂਗਰ ਦੀ ਕਨਸਨਟ੍ਰੇਸ਼ਨ ਕਿੰਨੀ ਹੋਣੀ ਚਾਹੀਦੀ ਹੈ 15 to 16%। ਅਤੇ ਉਹਦੇ ਵਿੱਚ ਅ ਸਮੋਲ ਕੁਆਂਟਿਟੀ ਆਫ ਨਾਈਟ੍ਰੋਜਨ ਸੋਰਸ ਵੀ ਅਸੀਂ ਪਾਉਣਾ ਹੈਗਾ ਅਮੋਨੀਅਮ ਫਾਸਫੇਟ ਯੂਰੀਆ ਜਾਂ ਅਮੋਨੀਅਮ ਸਲਫੇਟ ਐਂਡ ਸਲਫਿਊਰਿਕ ਐਸਿਡ ਇਜ਼ ਐਡਡ ਇਨ ਇਟ। ਸੋ ਇਹਦੇ ਵਿੱਚ pH ਆਫ ਦਿਸ ਮੀਡੀਅਮ ਇਜ਼ ਮੇਨਟੇਨ ਅਬਾਊਟ 5। ਠੀਕ ਹੈ, ਬਹੁਤ ਹੀ ਘੱਟ ਕੁਆਂਟਿਟੀ 'ਚ ਸਲਫਿਊਰਿਕ ਐਸਿਡ ਜਿਹੜਾ ਸਾਫ਼ ਕਰੇਗਾ ਇਹਨੂੰ। ਨਾਈਟ੍ਰੋਜਨ ਸੋਰਸ ਪਾਉਣਾ ਹੈਗਾ, pH ਨੂੰ 5 ਮੇਨਟੇਨ ਕਰਨਾ ਹੈਗਾ। ਐਂਡ ਐਕਟਿਵਲੀ ਗਰੋਇੰਗ ਸੈਕਰੋਮਾਈਸਿਸ ਸੈਰੀਵੇਸੀ ਕਲਚਰ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਪਾ ਦੇਣਾ ਹੈਗਾ। ਹੁਣ ਫਰਮੈਂਟਰ ਦੇ ਵਿੱਚ ਜਾਂ ਸਟੇਨਲੈਸ ਸਟੀਲ ਦੇ ਵਿੱਚ ਕੀ ਹੈਗਾ ਅਸੀਂ ਕੀ ਪਾਇਆ ਮੋਲੈਸਿਸ ਪਾਤਾ ਹੈਗਾ। ਮੋਲਾਸਿਸ ਨੂੰ ਡਿਲਿਊਟ ਕੀਤਾ ਹੈਗਾ ਤਾਂ ਕਿ ਉਹਦੀ ਸ਼ੂਗਰ ਕਨਸਨਟ੍ਰੇਸ਼ਨ 15 to 16% ਹੋ ਜਾਏ। ਉਸ ਤੋਂ ਬਾਅਦ ਅਸੀਂ ਨਾਈਟ੍ਰੋਜਨ ਸੋਰਸ ਐਂਡ ਸਲਫਿਊਰਿਕ ਐਸਿਡ ਪਾ ਕੇ pH ਨੂੰ ਮੇਨਟੇਨ ਕੀਤਾ 5 ਤੇ ਉਹਦੇ ਬਾਅਦ ਅਸੀਂ ਉਸ ਵਿੱਚ ਪਾਤਾ ਸੈਕਰੋਮਾਈਸਿਸ ਸੈਰੀਵੇਸੀ। ਹੁਣ ਇਹ ਸੈਕਰੋਮਾਈਸਿਸ ਸੈਰੀਵੇਸੀ ਕੀ ਹੈਗਾ ਇਹਦੇ ਨਾਲ ਰਿਐਕਸ਼ਨ ਕਰੇਗਾ, ਫਰਮੈਂਟੇਸ਼ਨ ਹੈਗਾ, ਫਰਮੈਂਟੇਸ਼ਨ ਸਟਾਰਟ ਹੋਏਗੀ। ਅਤੇ ਫਰਮੈਂਟੇਸ਼ਨ ਅਸੀਂ ਕਦੋਂ ਤੱਕ ਚੱਲਣ ਦੇਣੀ ਹੈਗਾ 24 to 40 ਆਵਰਸ। ਮਤਲਬ 24 ਤੋਂ 40 ਆਵਰਸ ਤੱਕ ਅਸੀਂ ਟੈਂਪਰੇਚਰ ਕਿੰਨਾ ਮੇਨਟੇਨ ਕਰਨਾ ਹੈਗਾ 25 ਤੋਂ 30 ਤੱਕ। 25 to 30 ਡਿਗਰੀ ਤੱਕ ਅਸੀਂ ਟੈਂਪਰੇਚਰ ਮੇਨਟੇਨ ਕਰਕੇ ਰੱਖਿਆ। ਹੁਣ ਜਿਹੜਾ ਫਰਮੈਂਟਡ ਮੀਡੀਆ ਹੈਗਾ ਦੈਨ ਡਿਸਟਿਲਡ ਐਂਡ ਪਾਸਿਸ ਥਰੂ ਰੈਕਟੀਫਾਈਂਗ ਕੋਲਮ ਟੂ ਅਬਟੇਨ ਅਲਕੋਹਲ। ਹੁਣ ਇਸ ਤੋਂ ਬਾਅਦ ਕੀ ਹੈਗਾ ਇਹਦੇ 'ਚ ਜਦੋਂ ਅਲਕੋਹਲ ਬਣ ਗਈ ਤਾਂ ਸਾਡਾ ਨੈਕਸਟ ਸਟੈਪ ਕੀ ਹੈਗਾ ਕਿ ਅਸੀਂ ਮੀਡੀਅਮ ਦੇ ਵਿੱਚ ਇਹ ਬਣੀ ਹੈਗੀ ਆ। ਮੀਡੀਅਮ ਕਿਹੜਾ ਅਸੀਂ ਲਿਆ ਹੈਗਾ ਮੋਲੈਸਿਸ ਲਿੱਤਾ ਹੈਗਾ ਅਤੇ ਉਹ ਕਨਵਰਟ ਹੋ ਗਿਆ ਅਲਕੋਹਲ ਦੇ ਵਿੱਚ। ਹੁਣ ਅਲਕੋਹਲ ਨੂੰ ਅਸੀਂ ਫਰਮੈਂਟਰ ਦੇ ਵਿੱਚੋਂ ਕਿੱਦਾਂ ਬਾਹਰ ਕੱਢਣਾ ਹੈਗਾ। ਸੋ the yield of ethyl alcohol range from 50% of the fermentable sugar concentration present in the medium. So the large amount of carbon dioxide which is produced during the fermentation process ਜਿੱਦਾਂ ਗਲੂਕੋਜ਼ ਤੋਂ ethyl alcohol ਬਣਿਆ ਪਲੱਸ ਕਾਰਬਨ ਡਾਈਆਕਸਾਈਡ ਵੀ ਬਣੀ ਨਾ ਰਿਐਕਸ਼ਨਸ ਤੁਸੀਂ ਦੇਖਿਆ। ਸੋ ਇਹ ਜਿਹੜੀ ਕਾਰਬਨ ਡਾਈਆਕਸਾਈਡ ਹੈਗੀ ਆ process as a result of decarboxylation is recovered and compressed to the solid state and the yeast recovered is used as a animal feed. ਇਹਦੇ ਵਿੱਚ ਅਸੀਂ ਡਾਊਨ ਸਟਰੀਮਿੰਗ ਪ੍ਰੋਸੈਸ ਦੇਖੋ। ਡਾਊਨ ਸਟਰੀਮਿੰਗ ਪ੍ਰੋਸੈਸ 'ਚ ਅਸੀਂ ਕੀ ਲਿੱਤਾ ਹੈਗਾ ਮੋਲੈਸਿਸ ਲਿੱਤਾ। ਮੋਲੈਸਿਸ 'ਚ ਅਸੀਂ ਕੀ ਐਡ ਕੀਤਾ ਰਾਈਟ ਹੈਂਡ ਸਾਈਡ ਵਾਟਰ ਕਿਉਂ ਐਡ ਕੀਤਾ ਅਸੀਂ ਤਾਂ ਕਿ ਜਿਹੜੀ ਸ਼ੂਗਰ ਦੀ ਕਨਸਨਟ੍ਰੇਸ਼ਨ ਜਿਹੜੀ ਹੈਗੀ ਆ ਉਹਨੂੰ ਮੇਨਟੇਨ ਕਰ ਸਕੀਏ। ਉਸ ਤੋਂ ਬਾਅਦ ਨਾਈਟ੍ਰੋਜਨ ਸੋਰਸ ਪਾਉਣਾ ਹੈਗਾ ਯੂਰੀਆ ਅਮੋਨੀਅਮ ਸਲਫੇਟ ਜਾਂ ਫਿਰ H2SO4 ਪਾਉਣ ਤੋਂ ਬਾਅਦ ਇੱਧਰੋਂ ਕੀ ਪਾਤਾ ਸੀ ਸੈਕਰੋਮਾਈਸਿਸ ਸੈਰੀਵੇਸੀ ਪਾਈ ਫਰਮੈਂਟਰ ਦੇ ਵਿੱਚ ਪਾਇਆ ਡਿਸਟਿਲਿੰਗ ਕੀਤੀ ਅਤੇ ਉਸ ਤੋਂ ਬਾਅਦ ਸਾਡਾ ਕੀ ਹੋ ਗਿਆ ਅਲਥਾਈਲ ਅਲਕੋਹਲ ਬਣ ਗਿਆ। ਅਤੇ ਕਾਰਬਨ ਡਾਈਆਕਸਾਈਡ ਜਿਹੜੀ ਬਣ ਰਹੀ ਹੈ ਇਹਨੂੰ ਅਸੀਂ ਕੰਪਰੈਸ ਕਰਕੇ ਸੋਲਿਡ ਫਾਰਮ 'ਚ ਕਨਵਰਟ ਕਰ ਦੇਣਾ ਹੈਗਾ। ਅਤੇ ਜਿਹੜਾ ਇਥਾਈਲ ਅਲਕੋਹਲ ਹੈ ਉਹਨੂੰ ਅਸੀਂ ਸੈਪਰੇਟ ਕਰ ਦੇਣਾ ਹੈਗਾ। ਸੋ ਇਹ ਸੀਗਾ ਸਾਡਾ ਕਿ ਅਸੀਂ ਮੋਲੈਸਿਸ ਤੋਂ ਅਲਕੋਹਲ ਕਿੱਦਾਂ ਬਣਾਉਂਦੇ ਹੈਗੇ। ਕਮਰਸ਼ੀਅਲ ਪ੍ਰੋਡਕਸ਼ਨ ਯੂਜ਼ਿੰਗ ਸਟਾਰਚ ਐਜ਼ ਏ ਰॉ ਮਟੀਰੀਅਲ। ਜੇ ਅਸੀਂ ਸਟਾਰਚ ਨੂੰ ਐਜ਼ ਏ ਰॉ ਮਟੀਰੀਅਲ ਲੈਣਾ ਹੈਗਾ ਅਤੇ ਫਿਰ ਅਸੀਂ ਕਿੱਦਾਂ ਬਣਾਉਣੀ ਹੈਗੀ ਆ। ਸਟਾਰਚ ਕਿੱਥੋਂ ਆਉਂਦਾ ਕੋਰਨ ਤੋਂ। ਕੋਰਨ ਦੇ ਅਸੀਂ ਲੈਣਾ ਹੈਗਾ ਕੋਰਨ ਦਾ ਰॉ ਮਟੀਰੀਅਲ ਲੈਣਾ ਹੈਗਾ ਉਹਨੂੰ ਕੋਰਨ ਨੂੰ ਪਹਿਲਾਂ ਸਾਨੂੰ ਹਾਈਡਰੋਲਾਈਜ਼ ਕਰਨਾ ਪੜੇਗਾ। ਹਾਈਡਰੋਲਾਈਜ਼ ਕਰਨ ਤੋਂ ਬਾਅਦ ਕੀ ਆਏਗੀ ਫਰਮੈਂਟੇਬਲ ਸ਼ੂਗਰ ਜਿਹੜੀ ਹੈਗੀ ਕੋਰਨ ਤੋਂ ਬਾਹਰ ਆ ਜਾਏਗੀ। ਸੋ ਦ ਹਾਈਡਰੋਲਿਸਿਸ ਕੈਨ ਬੀ ਅਕੰਪਲਿਸ਼ਡ ਵਿਦ ਐਨਜ਼ਾਈਮਸ। ਅਸੀਂ ਹਾਈਡਰੋਲਿਸਿਸ ਕਿੱਦਾਂ ਕਰਨੀ ਹੈਗੀ ਆ ਅਸੀਂ ਐਨਜ਼ਾਈਮਸ ਕਿੱਥੋਂ ਆਉਣੇ ਹੈਗੇ ਬਾਰਲੇ ਤੋਂ ਜਾਂ ਫਿਰ ਮੋਲਡ ਕਿਹੜਾ ਅਸੀਂ ਯੂਜ਼ ਕਰ ਸਕਦੇ ਹਾਂ ਅਸਪਰਜਲਸ ਔਰਾਈਜੀ। ਅਸਪਰਜਲਸ ਔਰਾਈਜੀ ਜਾਂ ਬਾਰਲੇ ਮਾਲਟ ਜਿਹੜਾ ਹੈਗਾ ਉਹਨੇ ਕੀ ਹੈਗਾ ਕੋਰਨ ਨੂੰ ਹਾਈਡਰੋਲਾਈਜ਼ ਕਰਨਾ ਹੈਗਾ। ਉਹਦਾ ਸ਼ੂਗਰ ਕਿਹੜਾ ਹੈਗਾ ਉਹ ਬਾਹਰ ਆ ਜਾਏਗਾ। ਐਂਡ ਬਾਈ ਹੀਟ ਟਰੀਟਮੈਂਟ ਆਫ ਐਸਿਡੀਫਾਈਡ ਮਟੀਰੀਅਲ ਅਸੀਂ ਹੀਟ ਟਰੀਟਮੈਂਟ ਦੇ ਨਾਲ ਵੀ ਸ਼ੂਗਰ ਨੂੰ ਹਾਈਡਰੋਲਾਈਜ਼ ਕਰ ਸਕਦੇ ਹੈਗੇ। ਆਫਟਰ ਸਿੰਪਲ ਫਰਮੈਂਟੇਬਲ ਸ਼ੂਗਰਸ ਆਰ ਅਬਟੇਨਡ ਦ ਫਰਮੈਂਟੇਸ਼ਨ ਪ੍ਰੋਸੈਸ ਪ੍ਰੋਸੀਡ ਸਿਮਿਲਰ ਟੂ ਦੈਟ ਆਫ ਮੋਲੈਸਿਸ। ਮਤਲਬ ਇੱਕ ਵਾਰੀ ਕੋਰਨ ਦੇ ਵਿੱਚੋਂ ਸ਼ੂਗਰ ਬਾਹਰ ਆ ਗਈ ਉਸ ਤੋਂ ਬਾਅਦ ਬਾਕੀ ਜਿਹੜੀ ਪ੍ਰੋਸੈਸ ਜਿੱਦਾਂ ਮੋਲੈਸਿਸ 'ਚ ਹੋਏਗੀ ਉੱਦਾਂ ਹੀ ਇਹਦੇ 'ਚ ਆਏਗੀ। ਸੋ ਜਿੱਦਾਂ ਕੋਰਨ ਹੈਗਾ ਕੋਰਨ ਕਿਆ ਹੈ ਸਟਾਰਚ ਹੈ ਸੋਰਸ ਹੈਗਾ ਉਹਦੀ ਗ੍ਰਾਈਂਡਿੰਗ ਕਰਾਂਗੇ। ਗ੍ਰਾਈਂਡਿੰਗ ਕਰਨ ਤੋਂ ਬਾਅਦ ਉਹਨੂੰ ਅਸੀਂ ਵਾਟਰ ਐਡ ਕਰਾਂਗੇ। ਵਾਟਰ ਕਰਨ ਤੋਂ ਬਾਅਦ ਕੁਕਿੰਗ ਕਰਾਂਗੇ ਹਾਈ ਟੈਂਪਰੇਚਰ 'ਤੇ। ਠੀਕ ਹੈ ਹਾਈ ਟੈਂਪਰੇਚਰ 'ਤੇ ਫਿਰ ਅਸੀਂ ਕੀ ਕਰਨਾ ਪਾਣੀ ਪਾ ਕੇ ਮਤਲਬ ਕਿ ਉਹਨੂੰ ਕੀ ਕੀਤਾ ਪਾਣੀ ਪਾ ਕੇ ਅਸੀਂ ਉਬਾਲ ਦਿੱਤਾ। ਉਹਦੇ ਵਿੱਚ ਬਾਰਲੇ ਮਾਲਟ ਮੋਲਡ ਔਰ ਐਸਟੀਫਾਈਡ ਮਟੀਰੀਅਲ ਪਾਉਣ ਤੋਂ ਬਾਅਦ ਉਹਦੇ ਵਿੱਚ ਕੀ ਬਣ ਜਾਏਗਾ ਵੋਟ ਉਹਨੂੰ ਕਹਿੰਦੇ ਹੈਗੇ ਵੋਟ ਬਣ ਗਿਆ। ਦੈਟ ਮੀਨਸ ਇਟ ਇਜ਼ ਨਾਓ ਕਨਵਰਟਡ ਇਨਟੂ ਅ ਸਿੰਪਲ ਸ਼ੂਗਰ। ਦੈਨ ਅਦਰ ਸਟੈਪਸ ਆਰ ਸਿਮਿਲਰ ਦੈਟ ਵਾਜ਼ ਇਨ ਦਾ ਮੋਲੈਸਿਸ। ਠੀਕ ਹੈ ਬਾਕੀ ਸਾਰੇ ਸਟੈਪ ਕੋਈ ਨਹੀਂ
ਕਾਰਬਨ ਡਾਈਆਕਸਾਈਡ ਬਣ ਰਹੀ ਹੈ, ਡਿਸਟਿਲਿੰਗ ਇਥਾਈਲ ਅਲਕੋਹਲ ਬਣ ਰਹੀ ਹੈਗੀ ਆ, ਯੀਸਟ ਪਾਣਾ ਆਪਾਂ, ਨਾਈਟ੍ਰੋਜਨ ਸੋਰਸ ਪਾਣਾ ਹੈਗਾ। ਅਦਰ ਸਟੈਪਸ ਆਰ H2SO4 ਪਾਣਾ ਸੋ ਦੈਟ ਵੀ ਕੈਨ ਮੇਨਟੇਨ ਦ pH 5। then this is the what will say commercial production of alcohol from molasses ਤੋਂ ਇਹ ਵਾਲਾ ਸਾਡਾ ਜਿਹੜਾ ਹੈਗਾ ਟੈਂਕ ਹੈ, ਦੇਖੋ ਜਿਹਦਾ ਕੰਮ ਔਨ ਦ ਲੈਫਟ ਹੈਂਡ ਸਾਈਡ ਦੇ ਵਿੱਚ ਇਹ ਦੇਖੋ molasses ਟੈਂਕ ਹੈ। ਇਹ molasses ਟੈਂਕ ਬੇਸਿਕਲੀ ਸਟੇਨਲੈਸ ਸਟੀਲ ਦਾ ਬਣਿਆ ਹੋਇਆ ਫਰਮੈਂਟਰ ਹੈਗਾ। ਫਰਮੈਂਟਰ ਦੇ ਵਿੱਚ ਕੀ ਹੈਗਾ, ਯੀਸਟ ਵੀ ਪਾ ਦਿੱਤਾ ਆਪਾਂ, ਰॉ ਮਟੀਰੀਅਲ ਵੀ ਪਾ ਦਿੱਤਾ, ਠੀਕ ਹੈ। ਇਹਦੇ ਵਿੱਚ ਡਿਲਿਊਟ, ਇਹ ਦੇਖੋ ਡਿਲਿਊਟਰ ਕਰ ਰਹੇ ਹੈਗੇ, ਇਹਦੇ ਵਿੱਚ ਜਿਹੜਾ ਰॉ ਮਟੀਰੀਅਲ ਹੈ ਉਹਨੂੰ ਓਵਰਹੈਡ ਟੈਂਕ ਦੇ ਵਿੱਚੋਂ ਡਿਲਿਊਟ ਕਰਨਾ ਹੈਗਾ। ਡਿਲਿਊਟਰ ਪਾ ਕੇ, ਡਿਲਿਊਟਰ ਮਤਲਬ ਉਸ ਤੋਂ ਬਾਅਦ ਅਸੀਂ ਹੀਟ ਐਕਸਚੇਂਜ ਕਰਨੀ ਹੈ। ਹੀਟ ਐਕਸਚੇਂਜ ਦੇ ਵਿੱਚ ਯੀਸਟ ਵੈਸਲ ਹੈਗਾ, ਠੀਕ ਹੈ, ਯੀਸਟ ਵੈਸਲ ਹੈਗਾ, ਇਹ ਬਬ ਟੈਂਕ ਹੈਗਾ, ਇਹ ਫਰਮੈਂਟਰ ਹੈਗਾ। ਅਤੇ ਇਹਦਾ ਮੇਨ ਜਿਹੜਾ ਹੈਗਾ ਹੀਟ ਐਕਸਚੇਂਜ ਜਦੋਂ ਅਸੀਂ ਕਰਾਂਗੇ, ਅਤੇ ਹੀਟ ਐਕਸਚੇਂਜ ਬੇਸਿਕਲੀ ਐਨਾਲਾਈਜ਼ਰਸ ਜਿਹੜੇ ਹੈਗੇ ਇੱਥੇ ਕੀ ਹੋ ਰਿਹਾ ਹੈਗਾ, ਇੱਥੇ ਡਿਸਟੀਲੇਸ਼ਨ ਹੋ ਰਹੀ ਹੈਗੀ ਆ, ਜਾਂ ਰੈਕਟੀਫਾਇਰਸ ਦੇ ਵਿੱਚ ਜਿਹੜੀ ਹੈਗੀ ਆ ਡਿਸਟੀਲੇਸ਼ਨ ਹੋ ਰਹੀ ਹੈਗੀ ਆ, ਅਲਕੋਹਲ ਜਿਹੜੀ ਬਣ ਰਹੀ ਹੈਗੀ ਆ। ਅਤੇ ਉਸ ਤੋਂ ਬਾਅਦ ਬੀਅਰ ਹੀਟਰਸ ਦੇ ਨਾਲ, ਜਾਂ ਉਸਨੂੰ ਬੀਅਰ ਹੀਟਰਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਕੰਡੈਂਸ ਕਰਨਾ ਕਾਰਬਨ ਡਾਈਆਕਸਾਈਡ ਨੂੰ ਅਸੀਂ ਕੰਡੈਂਸ ਕਰਕੇ, ਅਤੇ ਡਿਸਟੀਲੇਸ਼ਨ ਤੋਂ ਕੂਲਿੰਗ ਕਰਕੇ ਇਥਾਈਲ ਅਲਕੋਹਲ ਅਲੱਗ ਕਰ ਦੇਣੀ ਹੈਗੀ ਆ। ਫਿਊਜ਼ਡ ਆਇਲ ਜਿਹੜਾ ਹੈਗਾ ਅਤੇ ਸੈਪਰੇਟਰਸ ਦੇ ਨਾਲ ਅਸੀਂ ਉਹਨੂੰ ਸੈਪਰੇਟ ਕਰ ਦੇਣਾ ਹੈਗਾ। ਸੋ ਦਿਸ ਇਜ਼ ਦ plant alcohol plant from molasses at industrial level. So students, this is whole about the alcohol production in the industries. Anything not clear, feel free to talk.